ਕੰਚਨ ਆਊਟਲੁੱਕ। ਇਨਸਾਨ ਦੀ ਬਿਰਤੀ ਕੁਝ ਇਹੋ ਜਿਹੀ ਹੈ, ਉਹ ਉਹਨਾਂ ਕੰਮਾਂ ਨੂੰ ਕਰਨ ਨੂੰ ਤਰਜੀਹ ਦਿੰਦਾ ਹੈ ਜਿਨ੍ਹਾਂ ਦੇ ਵਿੱਚੋਂ ਤੁਰੰਤ ਪੈਰ ਸਵਾਦ ਮਿਲਣਾ ਹੋਵੇ, ਤੁਰੰਤ ਪੈਰ ਨਜ਼ਾਰਾ ਮਿਲਣਾ ਹੋਵੇ। ਭਵਿੱਖ ਦੇ ਵਿੱਚ ਉਸ ਕੰਮ ਦੇ ਉਹਨੂੰ ਕੀ ਨਤੀਜੇ ਭੁਗਤਣੇ ਪੈਣੇ ਹੈ, ਇਸ ਗੱਲ ਵੱਲ ਉਹ ਧਿਆਨ ਨਹੀਂ ਦਿੰਦਾ। ਕੁਝ ਇਸ ਪ੍ਰਕਾਰ ਦੀ ਗੱਲ ਅੱਜ ਦੀ ਗੁਰਬਾਣੀ ਦੇ ਵਿੱਚ ਸਾਨੂੰ ਪੜ੍ਹਨ ਨੂੰ ਮਿਲੇਗੀ। ਦੂਸਰੇ ਨੰਬਰ 'ਤੇ ਇੱਕ ਹੋਰ ਬਿਰਤੀ, ਜਦੋਂ ਵੀ ਇਨਸਾਨ ਨੇ ਕੋਈ ਗਲਤ ਕੰਮ ਕਰਨਾ ਹੋਵੇ, ਉਸ ਗਲਤ ਕੰਮ ਨੂੰ ਉਹ ਦੁਨੀਆ ਤੋਂ ਅਕਸਰ ਹੀ ਲੁਕੋ ਕੇ ਕਰਨ ਦੀ ਕੋਸ਼ਿਸ਼ ਕਰਦਾ ਹੈ, ਦੁਨੀਆ ਤੋਂ ਲੁਕੋ ਲੈਂਦਾ ਹੈ। ਪਰ ਕੀ ਉਹ ਪਰਮਾਤਮਾ ਤੋਂ ਆਪਣੇ ਗਲਤ ਕੰਮਾਂ ਨੂੰ ਲੁਕਾਉਣ ਦੇ ਵਿੱਚ ਕਾਮਯਾਬ ਹੁੰਦਾ ਹੈ? ਜੇ ਨਹੀਂ ਤਾਂ ਕਿਉਂ ਨਹੀਂ? ਇਹ ਵੀ ਆਪਾਂ ਅੱਜ ਦੀ ਗੁਰਬਾਣੀ ਤੋਂ ਸਿੱਖਾਂਗੇ। ਵੀਡੀਓ ਚੰਗੀ ਲੱਗੇ ਤੇ ਅੱਗੇ ਲੋਕਾਂ ਦੇ ਤੱਕ ਜ਼ਰੂਰ ਪਹੁੰਚਾ ਦਿਓ। ਆਓ ਸ਼ੁਰੂਆਤ ਕਰੀਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 403 ਅੰਗ ਦੀ ਬਾਣੀ ਦੀ ਵਿਆਖਿਆ। ਆਸਾ ਮਹਿਲਾ ਪੰਜਵਾਂ। ਨਿਮਖ ਕਾਮ ਸਵਾਦ ਕਾਰਨ ਕੋਟ ਦਿਨਸ ਦੁੱਖ ਪਾਵੈ। ਨਿਮਖ ਤੋਂ ਭਾਵ ਅੱਖ ਝਪਕਣ ਜਿੰਨਾ ਸਮਾਂ। ਅੱਖ ਝਪਕਣ ਤੇ ਕਿੰਨਾ ਕੁ ਸਮਾਂ ਲੱਗਦਾ ਹੈ? 1 ਸਕਿੰਟ ਕਹਿ ਲਈਏ, ਬਲਕਿ 1 ਸਕਿੰਟ ਤੋਂ ਵੀ ਥੋੜਾ ਸਮਾਂ ਲੱਗਦਾ ਹੈ। ਇੰਨੇ ਥੋੜੇ ਸਮੇਂ ਦੀ ਕਾਮ ਵਾਸ਼ਨਾ ਦੀ ਖਾਤਰ ਮਨੁੱਖ ਕਰੋੜਾਂ ਹੀ ਦਿਨ ਦੁੱਖ ਸਹਾਰਦਾ। ਘੜੀ ਮੁਹੱਤ ਰੰਗ ਮਾਣੈ, ਫਿਰ ਬਹੁਰ ਬਹੁਰ ਪਛਤਾਵੈ। ਘੜੀ 2 ਘੜੀਆਂ ਮੌਜਾਂ ਮਾਣਦਾ ਤੇ ਪਿੱਛੋਂ ਮੁੜ ਮੁੜ ਪਛਤਾਉਂਦਾ। ਜਦੋਂ ਕਾਮ ਵਾਸ਼ਨਾ ਦੇ, ਕਾਮ ਵਿਕਾਰ ਦੇ ਅਧੀਨ ਆ ਕੇ ਗਲਤ ਕੰਮ ਕਰ ਬੈਠਦਾ ਹੈ। ਅੰਧੇ ਚੇਤ ਹਰ ਹਰ ਰਾਇਆ। ਹੇ ਅੰਨੇ ਜੀਵ, ਪ੍ਰਭੂ ਪਾਤਸ਼ਾਹ ਦਾ ਸਿਮਰਨ ਕਰ। ਉਸ ਹਰ ਰਾਏ ਨੂੰ ਚੇਤੇ ਦੇ ਵਿੱਚ ਲੈ ਕੇ ਆ। ਤੇਰਾ ਸੋ ਦਿਨ ਨੇੜਾ ਆਇਆ ਰਹਾਓ। ਤੇਰਾ ਉਹ ਦਿਨ ਨੇੜੇ ਆ ਰਿਹਾ ਹੈ। ਕਿਹੜਾ ਦਿਨ? ਉਹ ਦਿਨ ਜਦੋਂ ਤੂੰ ਇੱਥੋਂ ਕੂਚ ਕਰ ਜਾਣਾ ਹੈ, ਜਦੋਂ ਤੂੰ ਮਰ ਜਾਣਾ ਹੈ। ਇਸ ਗੱਲ ਨੂੰ ਯਾਦ ਰੱਖ ਤੇ ਇਹ ਯਾਦ ਕਰਕੇ ਪਰਮਾਤਮਾ ਨੂੰ ਆਪਣੇ ਚੇਤੇ ਦੇ ਵਿੱਚ ਲੈ ਕੇ ਆ। ਪਲਕ ਦ੍ਰਿਸ਼ਟ ਦੇਖ ਭੂਲੋ, ਆਕ ਨੀਮ ਕੋ ਤੂਮਰ। ਕੌੜ ਤੁੰਮਾ ਗੋਲ ਗੋਲ ਵੇਖਣ ਨੂੰ ਸੋਹਣਾ ਲੱਗਦਾ, ਪਰ ਵੇਖਣ ਨੂੰ ਸੋਹਣਾ ਲੱਗਣ ਦੇ ਨਾਲ ਉਹਦੇ ਅੰਦਰ ਜੋ ਕੌੜ ਹੈ ਉਹ ਤੇ ਖਤਮ ਨਹੀਂ ਹੋ ਜਾਂਦਾ। ਅੱਕ ਨਿੰਮ ਵਰਗੇ ਕੌੜੇ ਤੁੰਮੇ ਨੂੰ ਥੋੜੇ ਸਮੇਂ ਲਈ ਵੇਖ ਕੇ ਤਾਂ ਮਨੁੱਖ ਖੁਸ਼ ਹੋ ਜਾਂਦਾ ਹੈ, ਪਰ ਫਿਰ ਉਹਨੂੰ ਭੁੱਲ ਜਾਂਦਾ ਹੈ, ਕਿਉਂਕਿ ਉਹਨੂੰ ਪਤਾ ਹੈ ਕਿ ਜੇ ਅੱਖਾਂ ਦੇ ਨਾਲ ਮੈਂ ਇਹਦੇ ਰੂਪ ਨੂੰ ਮਾਣਿਆ ਤਾਂ ਚੰਗਾ ਲੱਗੇਗਾ, ਪਰ ਜੇ ਜੀਭ ਦੇ ਨਾਲ ਇਹਦੇ ਸਵਾਦ ਨੂੰ ਚੱਖ ਲਿਆ ਤੇ ਕੌੜਾ ਲੱਗੇਗਾ, ਚੰਗਾ ਨਹੀਂ ਲੱਗੇਗਾ। ਇਸ ਲਈ ਥੋੜੇ ਸਮੇਂ ਲਈ ਉਹਨੂੰ ਵੇਖ ਕੇ ਉਹ ਭੁੱਲ ਜਾਂਦਾ ਹੈ। ਜੈਸਾ ਸੰਗ ਪਿਸੀਅਰ ਸਿਓ ਹੈ, ਰੇ ਤੈਸੋ ਹੀ ਇਹੋ ਪਰਗ੍ਰਹਿ। ਜਿਵੇਂ ਸੱਪ ਦੇ ਨਾਲ ਸਾਥ ਹੈ, ਉਂਝ ਦਾ ਹੀ ਹੈ ਪਰਾਈ ਇਸਤਰੀ ਦਾ ਸੰਗ। ਸੱਪ ਦਾ ਸੰਗ ਕਰਾਂਗੇ ਅੱਜ ਨਹੀਂ ਤੇ ਕੱਲ ਉਹਨੇ ਡੰਗ ਹੀ ਲੈਣਾ। ਸੋ ਜੇ ਪਰਾਈ ਇਸਤਰੀ ਦੇ ਚੱਕਰਾਂ ਦੇ ਵਿੱਚ ਪਾਵਾਂਗੇ, ਪਰਾਏ ਰੂਪ ਨੂੰ ਮਾਨਣ ਦੀ ਤਾਂਘ ਰੱਖਾਂਗੇ, ਤਾਂ ਉਹਦੇ ਸਿੱਟੇ ਅੱਜ ਨਹੀਂ ਤਾਂ ਕੱਲ ਸਾਨੂੰ ਭੁਗਤਣੇ ਹੀ ਪੈਣਗੇ। ਤੇ ਉਹ ਸਿੱਟੇ ਜੋ ਨੇ ਉਹ ਸਰੀਰਕ ਤੌਰ 'ਤੇ ਤਕਲੀਫਦਾਇਕ ਤਾਂ ਹੋ ਹੀ ਸਕਦੇ ਨੇ, ਮਾਨਸਿਕ ਤੌਰ 'ਤੇ ਉਸ ਤੋਂ ਵੀ ਜ਼ਿਆਦਾ ਤਕਲੀਫਦਾਇਕ ਹੁੰਦੇ ਨੇ। ਸਰੀਰਕ ਤੌਰ 'ਤੇ ਪਰਾਈ ਇਸਤਰੀ ਦੇ ਸੰਗ ਦੀ ਸਜ਼ਾ ਤੁਹਾਨੂੰ ਮਿਲਣ ਦੀ ਨੌਬਤ ਤੇ ਭਾਵੇਂ ਆਵੇ ਤੇ ਭਾਵੇਂ ਨਾ ਆਵੇ, ਪਰ ਮਾਨਸਿਕ ਤੌਰ 'ਤੇ ਸਜ਼ਾ ਤਾਂ ਤੁਹਾਨੂੰ ਉਸੇ ਦਿਨ ਹੀ ਮਿਲਣੀ ਸ਼ੁਰੂ ਹੋ ਜਾਂਦੀ ਹੈ, ਬਲਕਿ ਉਸੇ ਪਲ ਹੀ ਮਿਲਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਤੁਸੀਂ ਇਹ ਕੁਕਰਮ ਕਰ ਬੈਠਦੇ ਹੋ। ਬੈਰੀ ਕਾਰਨ ਪਾਪ ਕਰਤਾ ਬਸਤ ਰਹੀ ਅਮਾਨਾ। ਅਮਾਨਾ ਤੋਂ ਭਾਵ ਲਾਂਭੇ, ਬੈਰੀ ਤੋਂ ਭਾਵ ਹੈ ਇੱਥੇ ਵੈਰਨ ਮਾਇਆ। ਵੈਰਨ ਮਾਇਆ ਦੀ ਖਾਤਰ ਮਨੁੱਖ ਪਾਪ ਕਰਦਾ ਹੈ ਤੇ ਜਿਹੜੀ ਅਸਲ ਚੀਜ਼ ਆ ਜੋ ਉਹਦੇ ਨਾਲ ਨਿਭਣੀ ਹੈ ਉਹ ਪਾਸੇ ਪਈ ਰਹਿੰਦੀ ਹੈ, ਉਹਦੇ ਵੱਲ ਧਿਆਨ ਨਹੀਂ ਦਿੰਦਾ। ਛੋੜ ਜਾਹੇ ਤਿਨ ਹੀ ਸਿਓ ਸੰਗੀ, ਸਾਜਨ ਸਿਓ ਬੈਰਨ। ਜਿਨ੍ਹਾਂ ਦੇ ਨਾਲ ਮਨੁੱਖ ਨੇ ਆਪਣਾ ਸਾਥ ਬਣਾਇਆ ਹੋਇਆ ਹੈ, ਜਿਨ੍ਹਾਂ ਦਾ ਉਹ ਸੰਗ ਕਰਦਾ ਹੈ, ਉਹਨਾਂ ਨੇ ਆਖਰ ਛੱਡ ਕੇ ਚਲੇ ਜਾਣਾ ਹੈ, ਤੇ ਜੋ ਮਿੱਤਰ ਪ੍ਰਭੂ ਸਦਾ ਉਹਦੇ ਨਾਲ ਨਿਭਣਾ, ਉਹਦੇ ਨਾਲ ਬੈਰ ਕਮਾਈ ਬੈਠਾ।
ਸਗਲ ਸੰਸਾਰ ਇਹ ਵਿਦ ਵਿਆਪਿਓ, ਸੋ ਉਬਰਿਓ ਜਿਸ ਗੁਰ ਪੂਰਾ। ਇਹ ਨਾਨਕ ਆਖ ਸਾਰਾ ਸੰਸਾਰ ਇਸੇ ਤਰ੍ਹਾਂ ਹੀ ਮਾਇਆ ਦੇ ਜਾਲ ਵਿੱਚ ਫਸਿਆ ਹੋਇਆ। ਕੋਈ ਕਾਮ ਵਾਸ਼ਨਾ ਦੇ ਅਧੀਨ ਹੈ ਤੇ ਪਰਾਏ ਰੂਪ ਤੱਕਦਾ ਫਿਰਦਾ, ਪਰਾਈ ਰੂਪ ਮਾਣਦਾ ਫਿਰਦਾ। ਕੋਈ ਲੋਭ ਦੇ ਅਧੀਨ ਹੋ ਕੇ ਮਾਇਕ ਪਦਾਰਥਾਂ ਨੂੰ ਜੱਫੇ ਪਾਉਣ ਲੱਗਿਆ ਹੋਇਆ। ਸਾਰਾ ਸੰਸਾਰ ਹੀ ਮਾਇਆ ਦੀ ਪਕੜ ਦੇ ਵਿੱਚ ਹੈ। ਸੋ ਉਬਰਿਓ ਜਿਸ ਗੁਰ ਪੂਰਾ, ਇਹਦੇ ਚੋਂ ਬਚ ਕੇ ਉਹੀ ਨਿਕਲਦਾ ਹੈ ਜਿਸ ਦਾ ਰਾਖਾ ਪੂਰਾ ਗੁਰੂ ਬਣਦਾ ਹੈ। ਕਹੋ ਨਾਨਕ ਭਵ ਸਾਗਰ ਤਰਿਓ, ਭਏ ਪੁਨੀਤ ਸ਼ਰੀਰਾ। ਉਹ ਮਨੁੱਖ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ, ਜਿਹਨੂੰ ਪੂਰਾ ਗੁਰੂ ਮਿਲ ਪਏ ਉਹਦਾ ਸਰੀਰ ਪਵਿੱਤਰ ਹੋ ਜਾਂਦਾ ਹੈ, ਵਿਕਾਰਾਂ ਦੀ ਮਾਰ ਤੋਂ ਉਹ ਬਚ ਜਾਂਦਾ ਹੈ। ਆਸਾ ਮਹਿਲਾ ਪੰਜਵਾਂ। ਤੂ ਪਦੇ ਲੂਕ ਕਮਾਨੋ, ਸੋਈ ਤੁਮ ਪੇਖਿਓ, ਮੂੜ ਮੁਗਧ ਮੁਕਰਾਨੀ, ਆਪ ਕਮਾਨੇ ਕਉ ਲੈ ਬਾਂਧੇ, ਫਿਰ ਪਾਛੈ ਪਛਤਾਨੀ। ਹੇ ਪ੍ਰਭੂ, ਜਿਹੜਾ ਜਿਹੜਾ ਮੰਦਾ ਕੰਮ ਮਨੁੱਖ ਲੁਕ ਕੇ ਵੀ ਕਰਦੇ ਨੇ ਤੂੰ ਵੇਖ ਲੈਂਦਾ ਹੈ, ਪਰ ਮੂਰਖ ਬੇਸਮਝ ਮਨੁੱਖ ਫਿਰ ਵੀ ਮੁਕਰਦੇ ਹਨ। ਕੁਕਰਮ ਕਿਸੇ ਵੀ ਪ੍ਰਕਾਰ ਦਾ ਹੋਵੇ, ਉਹਨੂੰ ਕਰਨ ਵਾਲਾ ਛੇਤੀ ਕੀਤਿਆਂ ਕਦੇ ਵੀ ਕਬੂਲ ਨਹੀਂ ਕਰਦਾ ਕਿ ਉਹਨੇ ਉਹ ਕੁਕਰਮ ਕੀਤਾ ਹੈ, ਉਹ ਮਾੜਾ ਕੰਮ ਉਹਨੇ ਕੀਤਾ ਹੈ। ਕਿਸੇ ਦੇ ਨਾਲ ਠੱਗੀ ਮਾਰੀ ਹੈ, ਕਿਸੇ ਨੂੰ ਬੁਰੀ ਨਜ਼ਰ ਦੇ ਨਾਲ ਤੱਕਿਆ ਹੈ, ਨਹੀਂ ਮੰਨਦਾ। ਲੇਕਿਨ ਜੋ ਪ੍ਰਮਾਤਮਾ ਸਾਡੇ ਅੰਦਰ ਵਸਦਾ ਹੈ ਉਹਦੇ ਤੋਂ ਅਸੀਂ ਝੂਠ ਕਿਵੇਂ ਬੋਲ ਸਕਦੇ ਹਾਂ? ਜਿਹੜੀ ਸਾਡੇ ਅੰਦਰੋਂ ਉਹ ਆਵਾਜ਼ ਉੱਠ ਰਹੀ ਹੁੰਦੀ ਹੈ, ਜੋ ਸਾਨੂੰ ਵਰਜਦੀ ਹੈ ਉਸ ਮਾੜੇ ਕੰਮ ਨੂੰ ਕਰਨ ਤੋਂ, ਉਹ ਪ੍ਰਮਾਤਮਾ ਦੀ ਆਵਾਜ਼ ਹੀ ਹੁੰਦੀ ਹੈ ਤੇ ਉਹ ਸਾਨੂੰ ਵੇਖ ਵੀ ਰਹੀ ਹੁੰਦੀ ਹੈ। ਉਹ ਪ੍ਰਮਾਤਮਾ ਦੀ ਨਿਗਾਹ ਹੀ ਹੁੰਦੀ ਹੈ, ਉਹ ਸਾਨੂੰ ਵੇਖ ਵੀ ਰਹੀ ਹੁੰਦੀ ਹੈ ਜਦੋਂ ਅਸੀਂ ਉਹ ਮਾੜਾ ਕੰਮ ਕਰਦੇ ਹਾਂ ਤਾਂ। ਤੇ ਸਾਨੂੰ ਇਸ ਗੱਲ ਦਾ ਪਤਾ ਵੀ ਹੁੰਦਾ ਹੈ। ਲੋਕਾਂ ਦੀ ਨਜ਼ਰ ਤੋਂ ਬੇਸ਼ੱਕ ਅਸੀਂ ਆਪਣੇ ਮਾੜੇ ਕੰਮਾਂ ਨੂੰ ਛੁਪਾ ਲਈਏ, ਆਪਣੇ ਆਪੇ ਤੋਂ ਉਹ ਪ੍ਰਮਾਤਮਾ ਜੋ ਸਾਡੇ ਅੰਦਰ ਵਸ ਰਿਹਾ ਉਹਦੇ ਤੋਂ ਅਸੀਂ ਚਾਹ ਕੇ ਵੀ ਨਹੀਂ ਛੁਪਾ ਸਕਦੇ। ਤੇ ਇਹ ਗੱਲ ਸਾਨੂੰ ਅੱਗੇ ਚੱਲ ਕੇ ਤੰਗ ਵੀ ਜ਼ਰੂਰ ਕਰਦੀ ਹੈ। ਜਿਸ ਪ੍ਰਕਾਰ ਅਸੀਂ ਪਹਿਲਾਂ ਗੱਲ ਕੀਤੀ ਕਿ ਕਿਸੇ ਵੀ ਮਾੜੇ ਕੰਮ ਦੀ ਸਰੀਰਕ ਤੌਰ 'ਤੇ ਤੁਹਾਨੂੰ ਸਜ਼ਾ ਮਿਲੇ ਨਾ ਮਿਲੇ, ਪਰ ਇਹ ਜੋ ਵਰਤਾਰਾ ਪ੍ਰਮਾਤਮਾ ਨੇ ਬਣਾਇਆ ਹੋਇਆ ਹੈ ਕਿ ਤੁਸੀਂ ਆਪਣੇ ਆਪ ਤੋਂ ਉਸ ਸੱਚ ਨੂੰ ਨਹੀਂ ਲੁਕੋ ਸਕਦੇ, ਆਪਣੇ ਆਪ ਦੇ ਨਾਲ ਤੁਸੀਂ ਝੂਠ ਨਹੀਂ ਬੋਲ ਸਕਦੇ। ਇਹ ਵਰਤਾਰਾ ਮਾਨਸਿਕ ਤੌਰ 'ਤੇ ਤੁਹਾਨੂੰ ਸਜ਼ਾ ਜ਼ਰੂਰ ਦਿੰਦਾ ਹੈ। ਹਾਂ, ਉਹ ਗੱਲ ਵੱਖਰੀ ਹੈ ਕਿ ਉਹ ਸਜ਼ਾ ਕਿਸੇ ਨੂੰ ਨਹੀਂ ਦਿਖਦੀ। ਤੇ ਇਹੀ ਇੱਕ ਕਾਰਨ ਵੀ ਹੈ ਕਿ ਬਹੁਤੀ ਵਾਰ ਜਦੋਂ ਸਾਨੂੰ ਪਤਾ ਹੁੰਦਾ ਕਿ ਕੋਈ ਇਨਸਾਨ ਮਾੜੇ ਕੰਮ ਕਰ ਰਿਹਾ ਹੈ, ਪਰ ਸਰੀਰਕ ਤੌਰ 'ਤੇ ਸਾਨੂੰ ਦਿਖ ਨਹੀਂ ਰਿਹਾ ਕਿ ਉਹਨੂੰ ਕੋਈ ਸਜ਼ਾ ਮਿਲ ਰਹੀ ਹੈ, ਤਾਂ ਅਸੀਂ ਪ੍ਰਮਾਤਮਾ ਦੇ ਨਿਆਂ 'ਤੇ ਸਵਾਲ ਉਠਾਉਣ ਲੱਗਦੇ ਹਾਂ ਕਿ ਇਹ ਬੰਦਾ ਤੇ ਇੰਨੇ ਮਾੜੇ ਕੰਮ ਕਰ ਰਿਹਾ, ਫਿਰ ਵੀ ਐਸ਼ੋ ਆਰਾਮ ਦੀ ਜ਼ਿੰਦਗੀ ਜਿਉ ਰਿਹਾ, ਪ੍ਰਮਾਤਮਾ ਦਾ ਨਿਆਂ ਕਿੱਥੇ ਹੈ? ਤਾਂ ਇਹ ਗੱਲ ਸਮਝ ਲਿਓ, ਪ੍ਰਮਾਤਮਾ ਦਾ ਨਿਆਂ ਮਾਨਸਿਕ ਤੌਰ 'ਤੇ ਹੋ ਰਿਹਾ ਹੈ। ਵੇਖਣ ਨੂੰ ਬੇਸ਼ੱਕ ਉਹ ਇਨਸਾਨ ਐਸ਼ੋ ਆਰਾਮ ਦੀ ਜ਼ਿੰਦਗੀ ਜਿਉ ਰਿਹਾ ਹੋਵੇ, ਪਰ ਮਾਨਸਿਕ ਤੌਰ 'ਤੇ ਜੋ ਸਜ਼ਾਵਾਂ ਉਹਨੂੰ ਮਿਲ ਰਹੀਆਂ ਨੇ ਉਹਨਾਂ ਦਾ ਦੁੱਖ ਉਹੀ ਜਾਣਦਾ ਹੈ, ਅਸੀਂ ਨਹੀਂ ਜਾਣਦੇ। ਯਕੀਨ ਰੱਖੋ ਉਸ ਪ੍ਰਮਾਤਮਾ 'ਤੇ, ਮਾੜੇ ਕੰਮ ਦੀ ਸਜ਼ਾ ਮਨੁੱਖ ਨੂੰ ਉਹ ਜ਼ਰੂਰ ਦਿੰਦਾ ਹੈ। ਆਪ ਕਮਾਨੇ ਕਉ ਲੈ ਬਾਂਧੇ, ਫਿਰ ਪਾਛੈ ਪਛਤਾਨੀ। ਆਪਣੇ ਕੀਤੇ ਮੰਦ ਕਰਮਾਂ ਦੇ ਕਾਰਨ ਪ੍ਰਮਾਤਮਾ ਦੀ ਹਜ਼ੂਰੀ ਦੇ ਵਿੱਚੋਂ ਫੜੇ ਜਾਂਦੇ ਨੇ ਤੇ ਪਿੱਛੋਂ ਫਿਰ ਉਹ ਪਛਤਾਉਂਦੇ ਨੇ ਕਿ ਮੈਂ ਇਹ ਮਾੜਾ ਕੰਮ ਕਿਉਂ ਕੀਤਾ। ਪ੍ਰਭ ਮੇਰੇ ਸਭ ਬਿਦ ਆਗੈ ਜਾਨੀ, ਭਰਮ ਕੇ ਮੂਸੇ ਤੂੰ ਰਾਖਤ ਪਰਦਾ, ਪਾਛਾ ਜੀ ਕੀ ਮਾਨੀ ਰਹਾਉ। ਮੂਰਖ ਮਨੁੱਖ ਇਸ ਭੁਲੇਖੇ 'ਚ ਰਹਿੰਦਾ ਕਿ ਕਾਲੀਆਂ ਕਰਤੂਤਾਂ ਨੂੰ ਪ੍ਰਮਾਤਮਾ ਨਹੀਂ ਜਾਣਦਾ, ਪਰ ਮੇਰਾ ਮਾਲਕ ਪ੍ਰਭੂ ਤਾਂ ਤੇਰੀ ਹਰੇਕ ਕਰਤੂਤ ਨੂੰ ਸਭ ਤੋਂ ਪਹਿਲਾਂ ਜਾਣ ਲੈਂਦਾ ਹੈ, ਜਦੋਂ ਤੂੰ ਉਹ ਕੀਤੀ ਵੀ ਨਹੀਂ। ਜਦੋਂ ਉਸ ਕਰਤੂਤ ਨੂੰ ਕਰਨ ਦਾ ਸਿਰਫ ਖਿਆਲ ਹੀ ਤੇਰੇ ਮਨ ਵਿੱਚ ਆਇਆ, ਪ੍ਰਮਾਤਮਾ ਨੂੰ ਤੇ ਉਦੋਂ ਹੀ ਪਤਾ ਲੱਗ ਜਾਂਦਾ ਹੈ। ਤੇ ਇਹੀ ਕਾਰਨ ਹੈ ਪ੍ਰਮਾਤਮਾ ਸਾਨੂੰ ਉਸ ਕੰਮ ਨੂੰ ਕਰਨ ਤੋਂ ਵਰਜਦਾ ਵੀ ਹੈ। ਉਹ ਆਵਾਜ਼ ਜੋ ਸਾਡੇ ਅੰਦਰੋਂ ਉੱਠਦੀ ਹੈ ਕਿ ਇਹ ਨਾ ਕਰ, ਉਹ ਪ੍ਰਮਾਤਮਾ ਦੀ ਹੀ ਆਵਾਜ਼ ਹੁੰਦੀ ਹੈ। ਹੇ ਭੁਲੇਖੇ ਦੇ ਵਿੱਚ ਆਤਮਿਕ ਜੀਵਨ ਲੁਟਾ ਰਹੇ ਜੀਵ,
ਤੂੰ ਪਰਮਾਤਮਾ ਪਾਸੋਂ ਓਹਲਾ ਕਰਦਾ ਹੈ, ਲੁਕ ਕੇ ਮਨ ਮੰਨੀਆਂ ਕਰਦਾ ਹੈ, ਇਸ ਗੱਲ ਨੂੰ ਭੁੱਲਿਆ ਹੀ ਰਹਿੰਦਾ ਕਿ ਉਹ ਸਭ ਕੁਝ ਵੇਖ ਰਿਹਾ ਹੈ। ਪਰ ਜੀਵਾਂ ਦੇ ਵੱਸ ਦੀ ਗੱਲ ਵੀ ਨਹੀਂ, ਕਿਸੇ ਦੇ ਵੱਸ ਦੀ ਗੱਲ ਨਹੀਂ ਕਿ ਉਹ ਕਿਹੋ ਜਿਹਾ ਹੈ। ਹਰ ਇਨਸਾਨ ਵੱਖਰਾ ਹੈ, ਇੱਕ ਦੂਜੇ ਦੀ ਦ੍ਰਿਸ਼ਟੀ ਦੇ ਵਿੱਚ ਹਰ ਕੋਈ ਚੰਗਾ ਜਾਂ ਮਾੜਾ ਹੈ, ਭਲਾ ਹੈ ਜਾਂ ਬੁਰਾ ਹੈ। ਪਰ ਉਹ ਜਿਹੋ ਜਿਹਾ ਵੀ ਹੈ, ਕੋਈ ਵੀ ਇਨਸਾਨ ਜਿਹੋ ਜਿਹਾ ਵੀ ਹੈ, ਉਹ ਆਪਣੀ ਮਰਜ਼ੀ ਨਾਲ ਨਹੀਂ ਹੈ। ਪਰਮਾਤਮਾ ਨੇ ਉਹਨੂੰ ਉਹੋ ਜਿਹਾ ਹੀ ਬਣਾਇਆ ਤੇ ਉਹ ਉਹੋ ਜਿਹਾ ਹੀ ਹੈ। ਜਿਤ ਜਿਤ ਲਾਏ ਤਿਤ ਤਿਤ ਲਾਗੇ, ਕਿਆ ਕੋ ਕਰੈ ਪ੍ਰਾਣੀ। ਪ੍ਰਾਣੀ ਕੀ ਕਰ ਸਕਦਾ ਹੈ? ਪਰਮਾਤਮਾ ਨੇ ਜਿੱਧਰ ਨੂੰ ਜਿਹਨੂੰ ਲਾਇਆ ਹੋਇਆ ਹੈ, ਉਧਰ ਨੂੰ ਉਹ ਮਨੁੱਖ ਲੱਗਿਆ ਹੋਇਆ ਹੈ। ਇਹ ਬੜਾ ਹੀ ਮਹੱਤਵਪੂਰਨ ਸੰਦੇਸ਼ ਹੈ। ਜੇ ਅਸੀਂ ਆਪਣੇ ਹਿਰਦੇ ਦੇ ਵਿੱਚ ਨੂੰ ਪੱਕਾ ਕਰ ਲਈਏ, ਸਾਡਾ ਜੀਵਨ ਬੜਾ ਸੁਖਾਲਾ ਹੋ ਜਾਣਾ। ਜੋ ਅਸੀਂ ਦੁਖੀ ਹੁੰਦੇ ਰਹਿੰਦੇ ਹਾਂ ਕਿ ਫਲਾਨਾ ਇਨਸਾਨ ਇਹੋ ਜਿਹਾ ਕਿਉਂ ਹੈ, ਉਹ ਇੱਦਾਂ ਦੇ ਕੰਮ ਹੀ ਕਿਉਂ ਕਰਦਾ ਹੈ, ਉਹ ਸੁਧਰ ਕਿਉਂ ਨਹੀਂ ਸਕਦਾ, ਇਹਨਾਂ ਸਵਾਲਾਂ ਦੇ ਉੱਤਰ ਮਿਲ ਜਾਂਦੇ ਆ ਇਸ ਪੰਕਤੀ ਚੋਂ। ਜਿਤ ਜਿਤ ਲਾਏ ਤਿਤ ਤਿਤ ਲਾਗੇ, ਕਿਸੇ ਦਾ ਕੋਈ ਕਸੂਰ ਨਹੀਂ ਇੱਥੇ। ਜਿਹਨੂੰ ਪ੍ਰਮਾਤਮਾ ਨੇ ਜਿੱਧਰ ਨੂੰ ਲਾਇਆ ਹੋਇਆ ਉਹ ਉਧਰ ਨੂੰ ਹੀ ਲੱਗਿਆ ਹੋਇਆ। ਕਿਆ ਕੋ ਕਰੈ ਪ੍ਰਾਣੀ, ਪ੍ਰਾਣੀ ਕੁਝ ਕਰ ਹੀ ਨਹੀਂ ਸਕਦਾ। ਬਖਸ਼ ਲੈਹੋ ਪਾਰ ਬ੍ਰਹਮ ਸੁਆਮੀ, ਨਾਨਕ ਸਦ ਕੁਰਬਾਨੀ। ਨਾਨਕ ਇਹ ਆਖ, ਹੇ ਪ੍ਰਮਾਤਮਾ, ਹੇ ਜੀਵਾਂ ਦੇ ਖਸਮ, ਤੂੰ ਆਪ ਜੀਵਾਂ ਉੱਤੇ ਬਖਸ਼ਿਸ਼ ਕਰ, ਮੈਂ ਤੇਥੋਂ ਕੁਰਬਾਨ ਚਾਹੁੰਦਾ। ਗੁਰੂ ਸਾਹਿਬ ਇਸ ਗੱਲ ਨੂੰ ਭਲੀ ਭਾਂਤ ਜਾਣਦੇ ਨੇ। ਜੀਵ ਕੋਸ਼ਿਸ਼ ਕਰਕੇ ਵੀ ਸੁਧਰ ਨਹੀਂ ਸਕਦੇ, ਇਸੇ ਲਈ ਉਹ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਪਏ ਨੇ ਕਿ ਹੇ ਪ੍ਰਮਾਤਮਾ, ਤੂੰ ਹੀ ਬਖਸ਼ਿਸ਼ ਕਰ ਜੀਵਾਂ ਦੇ ਉੱਤੇ, ਤੂੰ ਹੀ ਉਹਨਾਂ ਨੂੰ ਸਿੱਧੇ ਰਾਹ ਪਾ, ਉਹਨਾਂ ਨੂੰ ਸੁਧਾਰ। ਪਰ ਪ੍ਰਮਾਤਮਾ ਦੀ ਲੀਲਾ ਹੈ, ਪ੍ਰਮਾਤਮਾ ਮਰਜ਼ੀ ਦਾ ਮਾਲਕ ਹੈ, ਉਹਨੂੰ ਜੋ ਚੰਗਾ ਲੱਗਦਾ ਹੈ ਉਹ ਉਹੀ ਕਰਦਾ ਹੈ। ਜਿਹੜੇ ਜੀਵ ਦੇ ਲਈ ਉਹਨੇ ਜੋ ਨਿਰਧਾਰਿਤ ਕਰ ਲਿਆ ਉਹਨੇ ਉਹੀ ਕਰਨਾ ਹੈ। ਆਸਾ ਮਹਿਲਾ ਪੰਜਵਾਂ। ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੈ, ਜਹਾਂ ਜਹਾਂ ਕਾਜ ਕਿਰਤ ਸੇਵਕ ਕੀ, ਤਹਾਂ ਤਹਾਂ ਉਠ ਧਾਵੈ। ਹੇ ਭਾਈ, ਪ੍ਰਮਾਤਮਾ ਆਪਣੇ ਸੇਵਕ ਦੀ ਆਪ ਹੀ ਇੱਜ਼ਤ ਰੱਖਦਾ ਹੈ, ਹਰ ਥਾਂ ਆਪ ਹੀ ਉਸ ਪਾਸੋਂ ਆਪਣੇ ਨਾਮ ਦਾ ਸਿਮਰਨ ਕਰਾਉਂਦਾ ਹੈ। ਸੇਵਕ ਨੂੰ ਜਿੱਥੇ ਜਿੱਥੇ ਕੋਈ ਕੰਮਕਾਰ ਪਏ, ਉੱਥੇ ਉੱਥੇ ਪ੍ਰਮਾਤਮਾ ਉਹਦੇ ਨਾਲ ਜਾ ਪਹੁੰਚਦਾ ਹੈ, ਉਹਦਾ ਕੰਮ ਸੰਵਾਰਨ ਦੇ ਲਈ। ਸੇਵਕ ਕਉ ਨਿਕਟੀ ਹੋਏ ਦਿਖਾਵੈ, ਜੋ ਜੋ ਕਹੈ ਠਾਕੁਰ ਪਹਿ ਸੇਵਕ, ਤਤਕਾਲ ਹੋਏ ਆਵੈ ਰਹਾਉ। ਹੇ ਭਾਈ, ਪ੍ਰਮਾਤਮਾ ਆਪਣੇ ਸੇਵਕ ਨੂੰ ਉਸ ਦਾ ਨਿਕਟ ਵਰਤੀ ਹੋ ਕੇ ਵਿਖਾ ਦਿੰਦਾ ਹੈ। ਆਪਣੇ ਸੇਵਕ ਨੂੰ ਵਿਖਾ ਦਿੰਦਾ ਹੈ ਕਿ ਮੈਂ ਹਰ ਵੇਲੇ ਤੇਰੇ ਅੰਗ ਸੰਗ ਰਹਿੰਦਾ ਹਾਂ। ਜੋ ਕੁਝ ਸੇਵਕ ਪ੍ਰਮਾਤਮਾ ਪਾਸੋਂ ਮੰਗਦਾ ਹੈ, ਉਹ ਮੰਗ ਪ੍ਰਮਾਤਮਾ ਉਸੇ ਵੇਲੇ ਪੂਰੀ ਕਰ ਦਿੰਦਾ ਹੈ। ਤਿਸ ਸੇਵਕ ਕੈ ਹਉ ਬਲਿਹਾਰੀ, ਜੋ ਆਪਣੇ ਪ੍ਰਭ ਭਾਵੈ। ਗੁਰੂ ਸਾਹਿਬ ਕਹਿੰਦੇ, ਮੈਂ ਉਸ ਸੇਵਕ ਤੋਂ ਕੁਰਬਾਨ ਜਾਂਦਾ ਹਾਂ ਜੋ ਆਪਣੇ ਪਿਆਰੇ ਪ੍ਰਭੂ ਨੂੰ ਭਾਉਂਦਾ ਹੈ, ਪਿਆਰਾ ਲੱਗਦਾ ਹੈ। ਤਿਸ ਕੀ ਸੋਏ ਸੁਣੀ ਮਨ ਹਰਿਆ, ਤਿਸ ਨਾਨਕ ਪਰਸਨ ਆਵੈ। ਉਸ ਸੇਵਕ ਦੀ ਸ਼ੋਭਾ ਸੁਣ ਕੇ ਸੁਣਨ ਵਾਲੇ ਦਾ ਮਨ ਖਿੜ ਆਉਂਦਾ ਹੈ, ਆਤਮਿਕ ਜੀਵਨ ਨਾਲ ਭਰਪੂਰ ਹੋ ਜਾਂਦਾ ਹੈ। ਉਹ ਉਸ ਸੇਵਕ ਦੇ ਚਰਨ ਛੋਹਣ ਦੇ ਲਈ ਆਉਂਦਾ ਹੈ। ਆਸਾ ਘਰ 11ਵਾਂ ਮਹਿਲਾ ਪੰਜਵਾਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਨਟੂਆ ਭੇਖ ਦਿਖਾਵੈ ਬਹੁ ਵਿਦ, ਜੈਸਾ ਹੈ ਉਹ ਤੈਸਾ ਰੇ। ਇਹ ਵੀ ਬੜਾ ਮਹੱਤਵਪੂਰਨ ਪਾਠ ਇਹਨਾਂ ਪੰਕਤੀਆਂ ਦੇ ਵਿੱਚ ਛੁਪਿਆ ਹੋਇਆ ਹੈ। ਜੋ ਬਹੁਰੂਪੀਆ ਹੁੰਦਾ ਹੈ, ਉਹ ਕਈ ਕਿਸਮ ਦੇ ਰੂਪ ਧਾਰਦਾ, ਸਾਂਗ ਰਚਾਉਂਦਾ। ਕਦੇ ਉਹ ਭਿਖਾਰੀ ਵੀ ਬਣ ਜਾਂਦਾ ਹੈ, ਕਦੇ ਉਹ ਰਾਜਾ ਵੀ ਬਣ ਜਾਂਦਾ ਹੈ, ਕਦੇ ਪੁਲਿਸ ਵਾਲਾ ਵੀ ਬਣ ਸਕਦਾ ਹੈ, ਕਦੇ ਗੁਨੇਗਾਰ ਵੀ ਬਣ ਸਕਦਾ ਹੈ। ਉਹਦਾ ਕੰਮ ਹੈ ਭੇਖ ਰਚਾਉਣੇ, ਉਹ ਵੱਖ-ਵੱਖ ਭੇਖ ਰਚਾਉਂਦਾ ਹੈ। ਲੇਕਿਨ ਇਨਸਾਨ ਉਹ ਜਿਹੋ ਜਿਹਾ ਵੀ ਹੈ ਉਹੋ ਜਿਹਾ ਹੀ ਰਹਿੰਦਾ। ਇਹ ਨਹੀਂ ਕਿ ਅੱਜ ਉਹਨੇ ਕਿਸੇ ਪਾਪੀ ਦਾ, ਗੁਨੇਗਾਰ ਦਾ ਰੂਪ ਧਾਰ ਲਿਆ ਤਾਂ ਉਹ ਗੁਨੇਗਾਰ ਹੋ ਗਿਆ, ਤੇ ਕੱਲ੍ਹ ਨੂੰ ਕਿਸੇ ਚੰਗੇ ਇਨਸਾਨ ਦਾ ਰੂਪ ਧਾਰੇਗਾ ਤੇ ਉਹ ਚੰਗਾ ਇਨਸਾਨ ਹੋ ਜਾਏਗਾ। ਨਹੀਂ, ਉਹਦੀ ਸ਼ਖਸੀਅਤ ਦੇ ਵਿੱਚ ਬਦਲਾਅ ਨਹੀਂ ਹੁੰਦਾ। ਅੰਦਰੋਂ ਉਹ ਜਿਹੋ ਜਿਹਾ ਹੈ ਉਹ ਜਿਹਾ ਹੀ ਰਹਿੰਦਾ ਹੈ, ਬਸ ਵੱਖ-ਵੱਖ ਸਾਂਗ ਰਚਾਉਂਦਾ ਰਹਿੰਦਾ ਹੈ। ਨਟੂਆ ਭੇਖ ਦਿਖਾਵੈ ਬਹੁ ਵਿਦ,
ਜੈਸਾ ਹੈ ਉਹ ਤੈਸਾ ਰੇ। ਅਨਕ ਜੋਨ ਭਰਮਿਓ ਭਰਮ ਭੀਤਰ, ਸੁਖੈ ਨਾਹੀ ਪ੍ਰਵੇਸ਼ਾ ਰੇ। ਤੇ ਇਸੇ ਪ੍ਰਕਾਰ ਹੀ ਮਨੁੱਖ ਮਾਇਆ ਦੀ ਭਟਕਣਾ ਦੇ ਵਿੱਚ ਫਸ ਕੇ ਅਨੇਕਾਂ ਜੂਨਾਂ ਵਿੱਚ ਭੌਂਦਾ ਫਿਰਦਾ ਹੈ, ਅਨੇਕਾਂ ਹੀ ਪਾਪੜ ਵੇਲਦਾ ਹੈ। ਹਰ ਪਾਪੜ ਵੇਲਣਾ ਇੱਕ ਨਵਾਂ ਸਾਂਗ ਰਚਾਉਣ ਦੇ ਬਰਾਬਰ ਹੈ। ਪਰ ਇਹ ਸਭ ਕੁਝ ਕਰਨ ਦੇ ਨਾਲ ਅੰਦਰੋਂ ਨਹੀਂ ਬਦਲਦਾ। ਅੰਦਰੋਂ ਜੇ ਉਹ ਦੁਖੀ ਹੈ ਤਾਂ ਦੁਖੀ ਹੀ ਰਹਿੰਦਾ ਹੈ। ਉਹਦੇ ਅੰਦਰ ਸੁੱਖ ਪ੍ਰਵੇਸ਼ ਜੇ ਨਹੀਂ ਕਰ ਰਿਹਾ ਤਾਂ ਨਹੀਂ ਕਰ ਰਿਹਾ। ਸਾਂਗ ਰਚਾ ਕੇ ਬੇਸ਼ੱਕ ਉਹ ਆਪਣੇ ਆਪ ਨੂੰ ਸੁਖੀ ਦਿਖਾ ਰਿਹਾ ਹੋਵੇ। ਸਾਜਨ ਸੰਤ ਹਮਾਰੇ ਮੀਤਾ, ਬਿਨ ਹਰ ਹਰ ਆਨੀਤਾ ਰੇ। ਸਾਧ ਸੰਗ ਮਿਲ ਹਰ ਗੁਣ ਗਾਏ, ਇਹੋ ਜਨਮ ਪਦਾਰਥ ਜੀਤਾ ਰੇ। ਰਹਾਓ। ਹੇ ਸੰਤ ਜਨੋ, ਹੇ ਸੱਜਣੋ, ਹੇ ਮੇਰੇ ਮਿੱਤਰੋ, ਇਸ ਜਗਤ ਦੇ ਵਿੱਚ ਜੋ ਕੁਝ ਵੀ ਦਿਸ ਰਿਹਾ ਸਭ ਕੁਝ ਨਾਸਵੰਤ ਹੈ, ਸਿਰਫ ਇੱਕ ਪ੍ਰਮਾਤਮਾ ਨੂੰ ਛੱਡ ਕੇ। ਬਿਨ ਹਰ ਹਰ ਆਨੀਤਾ ਰੇ। ਪ੍ਰਮਾਤਮਾ ਨੂੰ ਛੱਡ ਕੇ ਹਰ ਇੱਕ ਚੀਜ਼ ਅਨੀਤਾ ਹੈ, ਨਾਸਵੰਤ ਹੈ। ਸਾਧ ਸੰਗ ਮਿਲ ਹਰ ਗੁਣ ਗਾਏ, ਇਹੋ ਜਨਮ ਪਦਾਰਥ ਜੀਤਾ ਰੇ। ਜਿਸ ਮਨੁੱਖ ਨੇ ਸਾਧ ਸੰਗਤ ਵਿੱਚ ਮਿਲ ਕੇ ਪਰਮਾਤਮਾ ਦੇ ਗੁਣ ਗਾਣੇ ਸ਼ੁਰੂ ਕਰ ਦਿੱਤੇ, ਉਸਨੇ ਇਹ ਕੀਮਤੀ ਮਨੁੱਖਾ ਜਨਮ ਜਿੱਤ ਲਿਆ, ਸਫਲ ਕਰ ਲਿਆ। ਤ੍ਰੈ ਗੁਣ ਮਾਇਆ ਬ੍ਰਹਮ ਕੀ ਕੀਨੀ, ਕਹੋ ਕਵਨ ਵਿਦ ਤਰੀਐ ਰੇ। ਘੂਮਨ ਘੇਰ ਅਗਾਹ ਗਾਖਰੀ, ਗੁਰ ਸ਼ਬਦੀ ਪਾਰ ਉਤਰੀਐ ਰੇ। ਹੇ ਭਾਈ, ਪਰਮਾਤਮਾ ਦੀ ਪੈਦਾ ਕੀਤੀ ਹੋਈ ਇਹ ਤ੍ਰਿਗੁਣੀ ਮਾਇਆ ਸਮਝ ਲਵੋ ਕਿ ਇੱਕ ਸਮੁੰਦਰ ਹੈ। ਇਹਦੇ ਵਿੱਚੋਂ ਕਿਸ ਤਰ੍ਹਾਂ ਪਾਰ ਲੰਘਿਆ ਜਾਵੇ। ਇਸ ਸਮੁੰਦਰ ਦੇ ਵਿੱਚ ਵਿਕਾਰਾਂ ਦੀਆਂ ਅਨੇਕਾਂ ਹੀ ਘੁੰਮਣ ਘੇਰੀਆਂ ਪੈ ਰਹੀਆਂ ਨੇ। ਇਹ ਸਮੁੰਦਰ ਬੜਾ ਅਥਾਹ ਹੈ, ਇਹਦੇ ਵਿੱਚੋਂ ਪਾਰ ਲੰਘਣਾ ਬੜਾ ਔਖਾ ਹੈ। ਕਿਵੇਂ ਲੰਘਿਆ ਜਾਵੇ? ਗੁਰੂ ਦੇ ਸ਼ਬਦ ਰਾਹੀਂ ਇਹਦੇ ਵਿੱਚੋਂ ਪਾਰ ਲੰਘ ਸਕੀਦਾ। ਗੁਰ ਸ਼ਬਦੀ ਪਾਰ ਉਤਰੀਐ ਰੇ। ਖੋਜਤ ਖੋਜਤ ਖੋਜ ਵਿਚਾਰਿਓ, ਤਤ ਨਾਨਕ ਇਹੋ ਜਾਨਾ ਰੇ। ਇਹ ਨਾਨਕ, ਜਿਸ ਮਨੁੱਖ ਨੇ ਸਾਧ ਸੰਗਤ ਵਿੱਚ ਮਿਲ ਕੇ ਖੋਜ ਕਰਦਿਆਂ ਵਿਚਾਰ ਕੀਤੀ, ਉਸਨੇ ਇਹ ਅਸਲੀਅਤ ਸਮਝ ਲਈ ਕਿ ਪ੍ਰਮਾਤਮਾ ਦਾ ਨਾਮ ਜੋ ਸਾਰੇ ਗੁਣਾਂ ਦਾ ਖਜ਼ਾਨਾ ਹੈ, ਜਿਸ ਦੇ ਬਰਾਬਰ ਦੇ ਮੁੱਲ ਦੀ ਕੋਈ ਸ਼ੈ ਨਹੀਂ, ਉਹ ਨਾਮ ਸਿਮਰਿਆ ਮਨ ਮੋਤੀ ਵਰਗਾ ਕੀਮਤੀ ਬਣ ਜਾਂਦਾ ਹੈ। ਪ੍ਰਮਾਤਮਾ ਦੇ ਸਿਮਰਨ ਦੇ ਵਿੱਚ ਮਨ ਗਿੱਝ ਜਾਂਦਾ ਹੈ। ਸਿਮਰਤ ਨਾਮ ਨਿਧਾਨ ਨਿਰਮੋਲਕ, ਮਨ ਮਾਨਕ ਪਤਿਆਨਾ ਰੇ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 403 ਅੰਗ ਦੀ ਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਬੜੇ ਹੀ ਮਹੱਤਵਪੂਰਨ ਪਾਠ, ਮਹੱਤਵਪੂਰਨ ਸੰਦੇਸ਼ ਅੱਜ ਦੀ ਬਾਣੀ ਦੇ ਵਿੱਚੋਂ ਸਾਨੂੰ ਸਿੱਖਣ ਨੂੰ ਮਿਲੇ। ਆਓ ਕੋਸ਼ਿਸ਼ ਕਰੀਏ ਕਿ ਅਸੀਂ ਕੁਝ ਪਲਾਂ ਦੇ ਸਵਾਦ ਦੀ ਖਾਤਰ ਕੁਝ ਅਜਿਹਾ ਆਪਣੇ ਮਨ ਦੇ ਵਿੱਚ ਨਾ ਸਹੇੜ ਲਈਏ ਜਿਹਦਾ ਬਾਅਦ ਦੇ ਵਿੱਚ ਲੰਬੇ ਸਮੇਂ ਲਈ ਸਾਨੂੰ ਪਛਤਾਵਾ ਹੋਵੇ, ਜੋ ਬਾਅਦ ਦੇ ਵਿੱਚ ਲੰਬੇ ਸਮੇਂ ਲਈ ਸਾਡੇ ਲਈ ਮਾਨਸਿਕ ਦੁੱਖਾਂ ਦਾ ਕਾਰਨ ਬਣੇ। ਇਹ ਗੱਲ ਚੇਤੇ ਦੇ ਵਿੱਚ ਰੱਖੀਏ ਕਿ ਦੁਨੀਆ ਤੋਂ ਬੇਸ਼ੱਕ ਅਸੀਂ ਕਿੰਨਾ ਵੀ ਕੁਝ ਲੁਕਾ ਕੇ ਕਰ ਲਈਏ, ਉਸ ਪਰਮਾਤਮਾ ਤੋਂ ਕਦੇ ਵੀ ਲੁਕਾ ਨਹੀਂ ਸਕਦੇ। ਜੇ ਕੁਝ ਵੀ ਕਰਨ ਤੋਂ ਪਹਿਲਾਂ ਤੁਹਾਡੇ ਅੰਦਰੋਂ ਉਹ ਜੋ ਪਰਮਾਤਮਾ ਦੀ ਆਵਾਜ਼ ਉੱਠਦੀ ਹੈ, ਉਹ ਤੁਹਾਨੂੰ ਉਹ ਕੰਮ ਕਰਨ ਤੋਂ ਵਰਜੇ ਤਾਂ ਰੁਕ ਜਾਏ, ਨਾ ਕਰਿਓ। ਉਸ ਆਵਾਜ਼ ਨੂੰ ਸੁਣਨ ਦੀ ਕੋਸ਼ਿਸ਼ ਕਰਿਓ। ਹਾਂ, ਸੁਣੋਗੇ ਤਾਂ ਹੀ ਜੇ ਪ੍ਰਮਾਤਮਾ ਚਾਹੂਗਾ ਕਿ ਤੁਸੀਂ ਸੁਣੋ। ਵਰਜੇ ਤਾਂ ਹੀ ਜਾਓਗੇ ਜੇ ਪ੍ਰਮਾਤਮਾ ਚਾਹੂਗਾ ਕਿ ਤੁਸੀਂ ਵਰਜੇ ਜਾਓ। ਪਰ ਕੋਸ਼ਿਸ਼ ਜ਼ਰੂਰ ਕਰੀਏ। ਅਰਦਾਸ ਕਰੀਏ ਉਸ ਪ੍ਰਮਾਤਮਾ ਦੇ ਅੱਗੇ ਕਿ ਉਹ ਕੋਸ਼ਿਸ਼ ਕਰਨ ਦੇ ਲਈ ਸਾਨੂੰ ਬਲ ਬੁੱਧੀ ਬਖਸ਼ੇ ਤੇ ਸਾਡੀ ਕੋਸ਼ਿਸ਼ ਨੂੰ ਸਫਲਤਾ ਬਖਸ਼ੇ, ਸਾਨੂੰ ਸਿੱਧੇ ਰਾਹੇ ਪਾਵੇ, ਸਾਡੇ ਤੇ ਆਪਣੀ ਬਖਸ਼ਿਸ਼ ਕਰੇ। ਇਸੇ ਅਰਦਾਸ ਬੇਨਤੀ ਦੇ ਨਾਲ ਹੀ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।